ਟੂਰਮ ਦਾ ਸਰੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਦੇ ਵਿੱਚ ਵਾਪਸ ਆਏ ਹਾਂ ਜੀ। ਗੱਲ ਕਰਾਂਗੇ ਕੈਨੇਡਾ ਅਮਰੀਕਾ ਬਾਰਡਰ ਦੇ ਉੱਤੇ ਲਾਸ਼ਾਂ ਲੱਭੀਆਂ 4। ਸੋ ਜੇ ਗੱਲ ਪਿੱਛੇ ਲੈ ਕੇ ਜਾਈਏ ਤਾਂ ਦੁਨੀਆ ਜਦੋਂ ਤੋਂ ਵਸੀ ਆ ਉਦੋਂ ਤੋਂ ਹੀ ਇੱਕ ਜੰਗਲ ਤੋਂ ਦੂਜੇ ਜੰਗਲ, ਇੱਕ ਮੁਲਕ ਤੋਂ ਦੂਜੇ ਮੁਲਕ, ਇੱਕ ਖਿੱਤੇ ਤੋਂ ਦੂਜੇ ਖਿੱਤੇ ਪ੍ਰਵਾਸ ਚੱਲਦਾ ਰਿਹਾ। ਚੰਗੀ ਜ਼ਿੰਦਗੀ ਦੀ ਭਾਲ ਦੇ ਵਿੱਚ ਮਨੁੱਖ ਹਮੇਸ਼ਾ ਹੀ ਭਟਕਦਾ ਰਿਹਾ, ਮੁਲਕ ਬਦਲਦਾ ਰਿਹਾ, ਆਪਣੇ ਖਿੱਤੇ ਬਦਲਦਾ ਰਿਹਾ। ਹੁਣ ਪੱਛਮੀ ਮੁਲਕਾਂ ਵੱਲ ਆਉਣ ਦਾ ਰੁਝਾਨ ਪਿਛਲੇ ਕੁਝ ਦਹਾਕਿਆਂ ਤੋਂ ਬਹੁਤ ਵਧਿਆ ਅਤੇ ਪੂਰੀ ਦੁਨੀਆ ਦਾ ਜ਼ੋਰ ਲੱਗਾ ਹੋਇਆ ਵੀ ਜਿੱਥੇ ਜਿੱਥੇ ਕਿਤੇ ਵੀ ਹਾਲਾਤ ਖਰਾਬ ਨੇ, ਚਾਹੇ ਉਹ ਜੰਗਾਂ ਯੁੱਧਾਂ ਕਰਕੇ ਆ, ਵਾਤਾਵਰਨ ਕਰਕੇ ਆ, ਵੀ ਕਿਸੇ ਨਾ ਕਿਸੇ ਤਰੀਕੇ ਅਸੀਂ ਯੂਰਪ ਦੇ ਵਿੱਚ ਜਾਂ ਨਾਰਥ ਅਮਰੀਕਾ ਦੇ ਵਿੱਚ ਪਹੁੰਚ ਜਾਈਏ ਜਿੱਥੇ ਕਿ ਜ਼ਿੰਦਗੀ ਜਿਹੜੀ ਆ ਬਾਕੀ ਮੁਲਕਾਂ ਦੇ ਨਾਲੋਂ ਕਈ ਥਾਂ ਦੇ ਨਾਲੋਂ ਸੌਖੀ ਦੱਸੀ ਜਾਂਦੀ ਆ। ਸੋ ਇਸ ਕੋਸ਼ਿਸ਼ ਦੇ ਵਿੱਚ ਬਹੁਤ ਸਾਰੇ ਲੋਕ ਕੋਸ਼ਿਸ਼ਾਂ ਕਰਦੇ ਆ, ਬਹੁਤ ਸਾਰੇ ਲੋਕ ਸਫਲ ਹੋ ਜਾਂਦੇ ਆ, ਪਰ ਕੁਝ ਲੋਕ ਸਫਲ ਨਹੀਂ ਹੁੰਦੇ। ਅਜਿਹੀ ਇੱਕ ਗੱਲ ਜਿਹੜੀ ਆ ਉਹ ਅੱਜ ਮੈਨੀਟੋਬਾ ਤੋਂ ਆ ਰਹੀ ਆ। ਮੈਨੀਟੋਬਾ ਕੈਨੇਡਾ ਦਾ ਸੂਬਾ ਆ। ਕੈਨੇਡਾ ਅਤੇ ਅਮਰੀਕਾ ਦੀ ਉੱਥੇ ਵੀ ਸਰਹੱਦ ਜਿਹੜੀ ਆ ਸਾਂਝੀ ਆ। ਸੋ ਅਮਰੀਕਨ ਜਿਹੜੇ ਬਾਰਡਰ ਅਧਿਕਾਰੀ ਆ ਉਹਨਾਂ ਵੱਲੋਂ ਕੈਨੇਡੀਅਨ ਬਾਰਡਰ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਕਿ ਰਾਤ ਦੇ ਹਨੇਰੇ ਦੇ ਵਿੱਚ ਇੱਕ ਲੋਕਾਂ ਦਾ ਸਮੂਹ ਜਿਹੜਾ ਜੀ ਉਹ ਬਾਰਡਰ ਕ੍ਰੋਸ ਕਰਨ ਦੀ ਕੋਸ਼ਿਸ਼ ਕਰ ਰਿਹਾ ਕੈਨੇਡਾ ਵਾਲੇ ਪਾਸਿਓਂ ਅਮਰੀਕਾ ਵਾਲਿਆਂ ਨੂੰ। ਉਸ ਤੋਂ ਬਾਅਦ ਦੋਹਾਂ ਪਾਸਿਆਂ ਤੋਂ ਭਾਲ ਸ਼ੁਰੂ ਹੁੰਦੀ ਆ ਅਤੇ ਭਾਲ ਕਈ ਘੰਟੇ ਚੱਲਦੀ ਰਹਿੰਦੀ ਹੈ ਅਤੇ ਅਖੀਰ ਪਤਾ ਲੱਗਦਾ ਕਿ ਬਾਰਡਰ ਤੋਂ 40 ਫੁੱਟ ਦੂਰ 40 ਮੀਟਰ ਦੂਰ ਇੱਕ 4 ਲਾਸ਼ਾਂ ਜਿਹੜੀਆਂ ਲੱਭਦੀਆਂ। ਸੋ ਇਹ ਗਰੁੱਪ ਜਿਹੜਾ ਇੱਕ ਹੋ ਸਕਦਾ ਸ਼ਾਇਦ ਪਰਿਵਾਰ ਵੀ ਹੋਵੇ ਇਕੱਲੇ, ਹਲੇ ਸ਼ਨਾਖਤ ਜਿਹੜੀ ਹੈ ਜਾਰੀ ਨਹੀਂ ਕੀਤੀ ਗਈ, ਜਿਹਦੇ ਵਿੱਚ ਕਿ 2 ਬਾਲਗ ਆ, ਇੱਕ ਟੀਨੇਜਰ ਬੱਚਾ ਆ ਜਿਹਦੀ ਉਮਰ 14-15 ਸਾਲ ਦੇ ਕਰੀਬ ਲੱਗਦੀ ਆ ਅਤੇ ਇੱਕ ਬਹੁਤ ਹੀ ਛੋਟਾ ਬੱਚਾ ਜਿਹਦੀ ਉਮਰ ਸ਼ਾਇਦ 1-2 ਸਾਲ ਦੇ ਕਰੀਬ ਲੱਗਦੀ ਆ। ਸੋ ਚਾਰੇ ਜਾਣੇ ਬਰਫ਼ ਦੇ ਵਿੱਚ ਫਰੀਜ਼ ਹੋਏ ਲੱਭੇ ਆ, ਚੌਹਾਂ ਦੀਆਂ ਲਾਸ਼ਾਂ ਲੱਭੀਆਂ ਆ। ਸੋ ਰਾਤ ਦੇ ਹਨੇਰੇ ਦੇ ਵਿੱਚ ਇਹ ਲੋਕ ਬਾਰਡਰ ਕ੍ਰੋਸ ਕਰਨ ਦੀ ਕੋਸ਼ਿਸ਼ ਕਰ ਰਹੇ ਸੀਗੇ, ਉਹ ਵੀ ਉੱਥੋਂ ਜਿੱਥੇ ਕਿ -35 ਡਿਗਰੀ ਟੈਂਪਰੇਚਰ ਹੈ ਇਸ ਵੇਲੇ, ਕਈ ਫੁੱਟ ਬਰਫ਼ ਪਈ ਹੋਈ ਹੈ ਅਤੇ ਉੱਤੋਂ ਸ਼ਾਮ ਨੂੰ ਸਰਦ ਹਵਾਵਾਂ ਜਿਹੜੀਆਂ ਆ ਉਹ ਹੋਰ ਵੀ ਤਾਪਮਾਨ ਸੱਟ ਦਿੰਦੀਆਂ। ਸੋ ਕੁਝ ਹੀ ਮਿੰਟਾਂ ਦੇ ਵਿੱਚ ਇਹ ਜਿਹੜਾ ਟੋਲਾ ਆ, ਇੱਕ ਗਰੁੱਪ ਜਾਂ ਇੱਕ ਪਰਿਵਾਰ ਕਹਿ ਸਕਦੇ ਹਾਂ, ਇਹ ਠੰਡ ਨਾ ਸਹਾਰਦਾ ਹੋਇਆ ਫਰੀਜ਼ ਹੋ ਗਿਆ ਅਤੇ ਇਹਨਾਂ ਦੀ ਮੌਤ ਹੋ ਗਈ ਆ। ਅਤੇ ਹੁਣ ਦੋਨੇ ਪਾਸਿਆਂ ਦੇ ਅਧਿਕਾਰੀ ਰਲ ਕੇ ਕੋਸ਼ਿਸ਼ ਕਰ ਰਹੇ ਆ ਕਿ ਇਹਨਾਂ ਦੀ ਪਛਾਣ ਜਿਹੜੀ ਆ ਉਹ ਲੱਭ ਲਈ ਜਾਵੇ ਵੀ ਕੌਣ ਸੀਗੇ। ਅਕਸਰ ਜਿਹੜੇ ਲੋਕ ਆ ਉਹ ਅਮਰੀਕਾ ਵਾਲੇ ਪਾਸਿਓਂ ਕੈਨੇਡਾ ਨੂੰ ਜਾਂ ਕੈਨੇਡਾ ਵਾਲੇ ਪਾਸਿਓਂ ਅਮਰੀਕਾ ਨੂੰ ਇੱਥੋਂ ਜਿਹੜੇ ਆ ਕ੍ਰੋਸ ਕਰਦੇ ਰਹਿੰਦੇ ਆ ਗੈਰ ਕਾਨੂੰਨੀ ਤਰੀਕੇ ਦੇ ਨਾਲ। ਅਤੇ ਬਹੁਤ ਸਾਰੀ ਵਾਰੀ ਦੋਨੇ ਬਾਰਡਰ ਅਧਿਕਾਰੀ ਜਿਹੜੇ ਆ ਦੋਹਾਂ ਮੁਲਕਾਂ ਦੇ ਉਹ ਕਹਿੰਦੇ ਵੀ ਰਹਿੰਦੇ ਆ ਵੀ ਇਹ ਗੈਰ ਕਾਨੂੰਨੀ ਆ, ਤੁਹਾਨੂੰ ਸਜ਼ਾਵਾਂ ਹੋ ਸਕਦੀਆਂ ਆ। ਗਰਮੀਆਂ ਦੇ ਵਿੱਚ ਬਹੁਤ ਕੁਛ ਚੱਲਦਾ ਰਹਿੰਦਾ, ਪਰ ਖਾਸ ਕਰਕੇ ਜਦੋਂ ਇੱਦਾਂ ਦਾ ਮੌਸਮ ਠੰਡਾ ਆ ਅਤੇ ਆਪਣੀ ਜਿਹੜੀ ਜਾਨ ਆ ਜ਼ੋਖਮ ਦੇ ਵਿੱਚ ਪਾ ਕੇ ਇੰਨੀ ਸਰਹੱਦ ਟੱਪਣੀ ਇੱਕ ਆਪਣੇ ਆਪ ਦੇ ਵਿੱਚ ਮੌਤ ਨੂੰ ਸੱਦਾ ਦੇਣ ਵਾਲੀ ਗੱਲ ਸੀ। ਅਤੇ ਇਹ ਪਰਿਵਾਰ ਜਾਂ ਇਹ ਗਰੁੱਪ ਜਿਹੜੇ ਕਿ ਇਹ ਨਹੀਂ ਪਤਾ ਲੱਗਾ ਵੀ ਇੱਕ ਦੂਜੇ ਨੂੰ ਜਾਣਦੇ ਆ ਕਿ ਨਹੀਂ, ਸੋ ਇਹਦੀ ਮੌਤ ਹੋਈ ਹੈ ਜੀ। ਹੁਣ ਬਹੁਤ ਵਾਰੀ ਦੇਖਿਆ ਵੀ ਜਿਹੜੇ ਲੋਕ ਕੈਨੇਡਾ ਸੌਖੇ ਆਏ ਹੁੰਦੇ ਆ ਜਾਂ ਕੈਨੇਡਾ ਸੌਖੇ ਪੱਕੇ ਹੁੰਦੇ ਆ, ਅਕਸਰ ਗਿਲਾ ਕਰਦੇ ਰਹਿੰਦੇ ਜੀ ਕਿੱਥੇ ਆ ਗਏ, ਇੱਥੇ ਫਸ ਗਿਆ, ਇੱਥੇ ਆ ਕੇ ਮਿੱਠੀ ਜੇਲ੍ਹ ਆ, ਪਿੰਡ ਬਹੁਤ ਵਧੀਆ ਸੀ, ਨਜ਼ਾਰੇ ਲੈਂਦੇ ਸੀਗੇ, ਇੱਥੇ ਤਾਂ ਜੀ ਦੇਖੋ ਠੰਡੇ ਲੱਗੀ ਜਾਂਦੀ ਹੈ, ਇੱਥੇ ਤਾਂ ਹੋਰ ਕੁਛ ਹੋ ਜਾਂਦਾ। ਗੱਲ ਕੀ ਆ ਵੀ ਮਨੁੱਖ ਨੂੰ ਜਿਹੜੀ ਚੀਜ਼ ਮਿਲ ਜਾਂਦੀ ਆ ਉਹਦੀ ਉਹਨੂੰ ਕਦਰ ਨਹੀਂ ਰਹਿੰਦੀ। ਅਤੇ ਜਦੋਂ ਫਿਰ ਉਹੀ ਵਿਅਕਤੀਆਂ ਨੇ ਕੈਨੇਡਾ ਅਮਰੀਕਾ ਆਉਣਾ ਹੁੰਦਾ ਸੀਗਾ ਅਤੇ ਉੱਥੇ ਕੋਈ ਜਗ੍ਹਾ ਨਹੀਂ ਛੱਡਦੇ ਜਿੱਥੇ ਸੁੱਖ ਨਾਲ ਸੁੱਖੀ ਹੋਵੇ, ਜਿੱਥੇ ਕਿਤੇ ਵੀ ਹਰੀ ਚਾਦਰ ਪਾਈ ਹੋਈ ਹੈ, ਜਿੱਥੇ ਕਿਤੇ ਵੀ ਨਿਸ਼ਾਨ ਸਾਹਿਬ ਹੈਗਾ, ਸੁੱਖਾਂ ਸੁੱਖ ਦੇ ਆਉਂਦੇ ਹੁੰਦੇ ਸੀਗੇ ਵੀ ਕਿਤੇ ਤਰ੍ਹਾਂ ਬਾਹਰ ਚੱਲ ਜਾਈਏ। ਅਤੇ ਜਦੋਂ ਇੱਥੇ ਆ ਜਾਂਦੇ ਆ ਫਿਰ ਇਹੀ ਕੈਨੇਡਾ, ਇਹੀ ਅਮਰੀਕਾ ਜਿਹੜਾ ਮਿੱਠੀ ਜੇਲ੍ਹ ਲੱਗਣ ਲੱਗ ਪੈਂਦਾ ਆ ਅਤੇ ਇਹਦੇ ਵਿੱਚ ਨੁਕਸ ਜਿਹੜੇ ਆ ਉਹ ਨਿਕਲਣ ਲੱਗ ਪੈਂਦੇ ਆ। ਪਰ ਜਿਹੜਾ ਇਹ 4 ਜਣਿਆਂ ਦੀ ਮੌਤ ਹੋਈ ਆ, ਮੌਤ ਹੋਣ ਤੋਂ ਪਹਿਲਾਂ ਇਹਨਾਂ ਨੇ ਕਿਹੋ ਜਿਹੇ ਹਾਲਾਤ ਦੇ ਵਿੱਚ ਕੁਝ ਸਮਾਂ ਗੁਜ਼ਾਰਿਆ ਹੋਣਾ ਉਹ ਤਸੱਵਰ ਕਰਕੇ ਦੇਖੋ ਤਾਂ ਫਿਰ ਆਪਣੇ ਆਪ ਹੀ ਉੱਪਰ ਨੂੰ ਹੱਥ ਉੱਠ ਜਾਣਗੇ ਵੀ ਰੱਬਾ ਤੇਰਾ ਸ਼ੁਕਰ ਆ, ਸਹੀ ਸਲਾਮਤ ਨਿੱਘ ਦੇ ਵਿੱਚ ਬੈਠੇ ਆ। ਜਿਹੜੀ ਚੀਜ਼ ਸਾਡੇ ਕੋਲ ਹੁੰਦੀ ਹੈ ਕਈ ਵਾਰੀ ਉਹਦੀ ਕਦਰ ਨਹੀਂ ਹੁੰਦੀ ਅਤੇ ਉਸੇ ਚੀਜ਼ ਦੇ ਵਾਸਤੇ ਲੋਕ ਜਾਨ ਦੇਣ ਨੂੰ ਕਈ ਵਾਰੀ ਤਿਆਰ ਹੋ ਜਾਂਦੇ ਆ। ਇਹ ਗੱਲ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ। ਅਗਲੀ ਗੱਲ ਵੱਲ ਵੱਧਦੇ ਹਾਂ ਤਾਂ ਗੱਲ ਕਰਾਂਗੇ ਸਿੱਧੀਆਂ ਫਲਾਈਟਾਂ ਦੀ। ਕੈਨੇਡਾ ਤੋਂ ਅੰਮ੍ਰਿਤਸਰ ਸਾਹਿਬ ਸਿੱਧੀਆਂ ਫਲਾਈਟ ਚਲਾਉਣ ਦੀ ਜਿਹੜੀ ਮੰਗ ਆ ਬੜੀ ਪੁਰਾਣੀ ਆ। ਬਹੁਤ ਸਾਰੇ ਲੋਕ ਜਿਹੜੇ ਆ ਹਰ ਸਾਲ ਟੋਰਾਂਟੋ, ਵੈਨਕੂਵਰ ਤੋਂ ਅਤੇ ਹੋਰ ਸ਼ਹਿਰਾਂ ਤੋਂ ਕੈਨੇਡਾ ਦੇ ਉੱਤੋਂ ਜਿਹੜੇ ਪੰਜਾਬ ਜਾਂਦੇ ਆ, ਆਉਂਦੇ ਆ ਉੱਧਰੋਂ ਇੱਧਰ ਨੂੰ, ਪਰ ਉਹਨਾਂ ਨੂੰ ਵਾਇਆ ਦਿੱਲੀ ਬਹੁਤੀ ਕਰਕੇ ਜਾਣਾ ਪੈਂਦਾ ਆ। ਸਿੱਧੀਆਂ ਫਲਾਈਟਸ ਅੰਮ੍ਰਿਤਸਰ ਨੂੰ ਉਹ ਚਲਾਉਣ ਦੀ ਮੰਗ ਕਈ ਵਾਰੀ ਕਰ ਚੁੱਕੇ ਆ। ਸਿੱਧੀਆਂ ਵੀ ਨਹੀਂ ਚੱਲਦੀਆਂ, ਸਿੱਧੀਆਂ ਦੀ ਤਾਂ ਗੱਲ ਜਿਹੜੀ ਆ ਇੱਕ ਪਾਸੇ ਆ, ਬਹਾਨੇ ਕਈ ਲਾਏ ਜਾਂਦੇ ਆ ਜੀ, ਬਾਰਡਰ ਸਟੇਟ ਆ, ਬਾਰਡਰ ਬਹੁਤ ਲਾਗੇ ਆ। ਪਰ ਹਾਲਾਂਕਿ ਜਿਹੜਾ ਆ ਰਾਜਸਥਾਨ ਸੀ ਜਿਹੜਾ ਹਵਾਈ ਅੱਡਾ ਅੰਮ੍ਰਿਤਸਰ ਦਾ, ਜਿੰਨਾ ਉਹ ਬਾਰਡਰ ਤੋਂ ਦੂਰ ਆ ਉਦੋਂ ਵੀ ਕਿਤੇ ਲਾਗੇ ਲਾਹੌਰ ਦਾ ਇੰਟਰਨੈਸ਼ਨਲ ਏਅਰਪੋਰਟ ਆ, ਉਹ ਜਦੋਂ ਚੱਲ ਸਕਦਾ ਤਾਂ ਇਹਨਾਂ ਨੂੰ ਕੀ ਹੋਇਆ। ਗੱਲ ਕੀ ਆ ਕਿ ਜਿਹੜੀ ਕੇਂਦਰ ਸਰਕਾਰ ਆ ਉਹ ਅੜਿੱਕੇ ਇਸ ਵਿੱਚ ਡਾਹ ਰਹੀ ਆ। ਇੱਕ ਵਾਰੀ ਮੇਰੀ ਖੁਦ ਏਅਰ ਕੈਨੇਡਾ ਦੇ ਜਿਹੜੇ ਸਭ ਤੋਂ ਟੌਪ ਅਧਿਕਾਰੀ ਆ ਉਹਨਾਂ ਦੇ ਨਾਲ ਇਸ ਸੰਬੰਧੀ ਗੱਲਬਾਤ ਹੋਈ ਸੀ। ਮੂੰਹੋਂ ਤੋਂ ਹੀ ਅਸੀਂ
ਫੇਸ ਟੂ ਫੇਸ ਮਿਲੇ ਸੀ। ਉਹ ਕਹਿੰਦੇ ਜਿੰਨਾ ਚਿਰ ਭਾਰਤ ਸਰਕਾਰ ਜਿਹੜੀ ਆ ਸਾਡੇ ਕੋਲ ਬਿਜ਼ਨਸ ਪਲਾਨ ਲੈ ਕੇ ਨਹੀਂ ਆਉਂਦੀ ਵੀ ਆਹ ਫਲਾਈਟਸ ਜਿਹੜੀਆਂ ਚਲਾਓ ਇਹ ਵਾਇਬਲ ਆ, ਇਹ ਫਾਇਦੇਮੰਦ ਆ, ਸਾਨੂੰ ਲੋੜ ਆ, ਉਹਨਾਂ ਚਿਰ ਕਹਿੰਦੇ ਅਸੀਂ ਕਿਸੇ ਦੂਜੇ ਮੁਲਕ ਦੇ ਵਿੱਚ ਦਖਲਅੰਦਾਜ਼ੀ ਖੁਦ ਨਹੀਂ ਕਰ ਸਕਦੇ। ਇਹ ਸਰਕਾਰਾਂ ਦਾ ਕੰਮ ਆ, ਸਰਕਾਰਾਂ ਕਹਿਣ ਵੀ ਇਹ ਫਲਾਈਟਸ ਚਲਾਓ। ਹੁਣ ਕੈਨੇਡਾ ਸਰਕਾਰ ਦੇ ਉੱਤੇ ਬਹੁਤ ਵਾਰੀ ਦਬਾਅ ਪਾ ਜਾ ਚੁੱਕਾ, ਬਹੁਤ ਵਾਰੀ MP MLA ਵੀ ਮੰਗ ਕਰ ਚੁੱਕੇ ਆ। ਹੁਣ ਇਸ ਸੰਬੰਧੀ ਇੱਕ ਨਿਵੇਕਲੀ ਕੋਸ਼ਿਸ਼ ਜਿਹੜੀ ਆ ਸ਼ੁਰੂ ਕੀਤੀ ਗਈ ਆ, ਕਿਉਂਕਿ ਪੰਜਾਬੀ ਜਿਹੜੀ ਚੀਜ਼ ਮਗਰ ਹੱਥ ਧੋ ਕੇ ਪਹਿਲਣ ਕਰਾ ਕੇ ਹੀ ਹਟਦੇ ਆ। ਹੁਣ ਐਬਸਫੋਰਡ ਤੋਂ MP ਨੇ ਬ੍ਰੈਡ ਵੈਸ, ਉਹਨਾਂ ਵੱਲੋਂ ਇੱਕ ਪਟੀਸ਼ਨ ਸਪਾਂਸਰ ਕੀਤੀ ਗਈ ਆ, ਉਹਦੇ ਉੱਤੇ ਸਾਈਨ ਜਿਹੜੇ ਆ ਕਰਵਾਏ ਜਾ ਰਹੇ ਆ, ਤਾਂ ਕਿ ਵੱਧ ਤੋਂ ਵੱਧ ਲੋਕਾਂ ਦੇ ਸਾਈਨ ਇਕੱਠੇ ਕਰਾ ਕੇ ਕੈਨੇਡਾ ਦੀ ਪਾਰਲੀਮੈਂਟ ਵਿੱਚ ਰੱਖੇ ਜਾਣ, ਤਾਂ ਕਿ ਕੈਨੇਡਾ ਸਰਕਾਰ ਦੇ ਉੱਤੇ ਇਹ ਭਾਰ ਪਾਇਆ ਜਾ ਸਕੇ ਵੀ ਤੁਸੀਂ ਭਾਰਤ ਸਰਕਾਰ ਨਾਲ ਗੱਲ ਕਰੋ ਵੀ ਜੇ ਬਾਕੀ ਸਾਰਿਆਂ ਏਅਰਪੋਰਟ ਜਿਹੜੇ ਇੰਡੀਆ ਦੇ ਹੈਗੇ ਉੱਥੇ ਨੂੰ ਫਲਾਈਟਸ ਚੱਲ ਸਕਦੀਆਂ ਤਾਂ ਅੰਮ੍ਰਿਤਸਰ ਸਾਹਿਬ ਫਲਾਈਟ ਚਲਾਉਣ ਦੇ ਵਿੱਚ ਦੇਰੀ ਕਿਉਂ ਕੀਤੀ ਜਾ ਰਹੀ ਆ, ਜਾਂ ਇਸ ਸੰਬੰਧੀ ਹਾਮੀ ਕਿਉਂ ਨਹੀਂ ਭਰੀ ਜਾ ਰਹੀ। ਸੋ ਜਿਹੜੇ ਤੁਸੀਂ ਸਕਰੀਨ ਦੇ ਪਿੱਛੇ ਦੇਖ ਰਹੇ ਆ, ਇੱਕ ਲਿੰਕ ਦਿੱਤਾ ਹੋਇਆ ਆ। ਸੋ ਜੇ ਤੁਸੀਂ ਪਟੀਸ਼ਨ ਨੰਬਰ E3771 ਸਰਚ ਕਰੋਗੇ ਗੂਗਲ ਦੇ ਉੱਤੇ ਤਾਂ ਵੀ ਇਹ ਆ ਜਾਣੀ ਆ, ਜੇ MP ਬ੍ਰੈਡ ਵੈਸ ਦਾ ਨਾਮ ਪਾ ਕੇ ਸਰਚ ਕਰੋਗੇ ਤਾਂ ਵੀ ਆ ਜਾਣੀ ਆ। ਸੋ ਕੋਸ਼ਿਸ਼ ਕਰਿਓ ਕਿ ਸਭ ਤੋਂ ਵੱਧ ਜਾਣੇ ਜਿਹੜੇ ਇਹਨੂੰ ਸਾਈਨ ਕਰਨ, ਤਾਂ ਕਿ ਜਿਹੜਾ ਵੱਡਾ ਸੁਪਨਾ ਹੈਗਾ ਆ ਸਿੱਧੀਆਂ ਫਲਾਈਟਸ ਦਾ ਅੰਮ੍ਰਿਤਸਰ ਨੂੰ ਜਾਣ ਦਾ, ਉਹ ਪੂਰਾ ਹੋ ਸਕੇ ਜੀ। ਇਹਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਕੈਨੇਡਾ ਦੇ ਵਿੱਚ ਵਧੀ ਹੋਈ ਮਹਿੰਗਾਈ ਦੀ ਦਰ ਜਿਹੜੀ ਆ 4.8% ਦੇ ਉੱਤੇ ਪਹੁੰਚ ਚੁੱਕੀ ਆ। 1991 ਦੇ ਵਿੱਚ ਅੱਜ ਤੋਂ 30-31 ਸਾਲ ਪਹਿਲਾਂ ਇੰਨੀ ਮਹਿੰਗਾਈ ਹੋਈ ਸੀਗੀ। ਮਹਿੰਗਾਈ ਹੁਣ ਦਿਸਦੀ ਅੱਖਾਂ ਨੂੰ, ਖਾਣ ਵਾਲੀਆਂ ਚੀਜ਼ਾਂ ਮਹਿੰਗੀਆਂ ਹੋ ਗਈਆਂ, ਕੱਪੜੇ ਮਹਿੰਗੇ ਹੋ ਗਏ, ਹੋਰ ਜਿਹੜਾ ਘਰੇਲੂ ਸਮਾਨ ਵਰਤੋਂ 'ਚ ਆਉਂਦਾ ਉਹ ਮਹਿੰਗਾ ਹੋ ਗਿਆ, ਪੁਰਾਣੀਆਂ ਗੱਡੀਆਂ ਦੀਆਂ ਕੀਮਤਾਂ 10-10 ਹਜ਼ਾਰ ਵੱਧ ਗਈਆਂ। ਇਸ ਦੇ ਨਾਲ ਹੀ ਘਰ ਜਿਹੜੇ ਆ ਉਹਨਾਂ ਦਾ ਤਾਂ ਕੋਈ ਅੰਤ ਹੀ ਹੈ ਨਹੀਂ ਗਾ, ਸਭ ਕੁਝ ਵਧਿਆ ਹੋਇਆ। ਸੋ ਅਜਿਹਾ ਰੋਕਣ ਦੇ ਵਾਸਤੇ ਇੱਕੋ ਇੱਕ ਚੀਜ਼ ਆ, ਵਿਆਜ ਦਰਾਂ ਦੇ ਵਿੱਚ ਵਾਧਾ। ਅਮਰੀਕਾ ਵਾਲੀ ਸਾਈਡ ਤੋਂ ਵੀ ਇਹੀ ਖਬਰਾਂ ਆ ਰਹੀਆਂ ਕਿ ਉੱਧਰ ਵੀ ਮਹਿੰਗਾਈ ਬਹੁਤ ਆ, ਮਹਿੰਗਾਈ ਦਰ ਬਹੁਤ ਵਧੀ ਹੋਈ ਆ, ਅਤੇ ਉਹ ਵੀ ਵਿਚਾਰ ਕਰ ਰਿਹਾ ਕਿ ਬੈਂਕ ਜਿਹੜੀ ਅਮਰੀਕਾ ਦੇ ਵਿੱਚ ਵਿਆਜ ਦਰਾਂ ਵਧਾਈਆਂ ਜਾਣ, ਅਤੇ ਕੈਨੇਡਾ ਦੇ ਵਿੱਚ ਵੀ ਇਸ ਵੇਲੇ ਇਹੀ ਗੱਲਾਂ ਚੱਲ ਰਹੀਆਂ। ਬੈਂਕ ਆਫ ਕੈਨੇਡਾ ਪਹਿਲਾਂ ਹੀ ਇਹ ਇਸ਼ਾਰੇ ਦੇ ਚੁੱਕੀ ਆ ਕਿ ਇਸ ਸਾਲ 2022 ਦੇ ਵਿੱਚ ਉਹ 5-6 ਝਟਕਿਆਂ ਦੇ ਵਿੱਚ 1.5 ਤੋਂ 2% ਵਿਆਜ ਦਰ ਵਧਾ ਸਕਦੇ ਆ। ਹੁਣ ਜਿਹੜੀਆਂ ਵੱਡੀਆਂ ਬੈਂਕਾਂ ਨੇ ਕੈਨੇਡਾ ਦੀਆਂ, ਉਹਨਾਂ ਦੇ ਜਿਹੜੇ ਮਾਹਰ ਨੇ, ਵਿੱਤੀ ਮਾਹਰ ਆ, ਉਹ ਆਪਣੇ ਇਨਵੈਸਟਰਸ ਨੂੰ ਹਰ ਮਹੀਨੇ ਈਮੇਲ ਭੇਜਦੇ ਆ ਵੀ ਭਵਿੱਖ ਦਾ ਅਗਲੇ ਮਹੀਨੇ ਦਾ ਕਿਵੇਂ ਲੱਗਦਾ। ਸੋ ਬਹੁਤ ਸਾਰੀਆਂ ਬੈਂਕਾਂ ਦੇ ਜਿਹੜੇ ਵਿੱਤੀ ਮਾਹਰ ਆ, ਉਹਨਾਂ ਨੇ ਇਹ ਸਲਾਹ ਦਿੱਤੀ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵਿਆਜ ਦਰਾਂ ਵਾਕਈ ਵੱਧ ਸਕਦੀਆਂ। ਅਗਲੇ ਹਫ਼ਤੇ ਹੀ ਸ਼ਾਇਦ ਬੈਂਕ ਆਫ ਕੈਨੇਡਾ ਕੋਈ ਸੰਬੰਧੀ ਫੈਸਲਾ ਕਰੇ, ਅਤੇ ਜੇ ਇਹ ਵਿਆਜ ਦਰਾਂ ਵਧਣ ਲੱਗਦੀਆਂ ਤਾਂ ਕਿਹਾ ਜਾ ਰਿਹਾ ਕਿ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਵਾਸਤੇ 1.5 ਤੋਂ 2% ਵਿਆਜ ਜਿਹੜੇ ਆ ਵੱਧ ਸਕਦੇ ਆ। ਇਸ ਵੇਲੇ ਵੇਰੀਏਬਲ ਰੇਟ ਦੇ ਉੱਤੇ ਕੈਨੇਡਾ ਦੇ ਵਿੱਚ ਜਿਹੜੇ ਨਵੇਂ ਲੋਕ ਘਰ ਲੈ ਰਹੇ ਆ, ਉਹਨਾਂ ਨੂੰ 1.25% 1.25% ਤੋਂ ਲੈ ਕੇ 1.5%, ਬੜੀ ਹੱਦ 1.25-2% ਦੇ ਉੱਤੇ ਵਿਆਜ ਜਿਹੜਾ ਆ ਉਹ ਮਿਲ ਰਿਹਾ ਆ। ਸੋ ਜੇ 1.5-2% ਵੱਧ ਜਾਂਦਾ ਤਾਂ ਉਹ ਵਿੱਚ ਐਡ ਹੋ ਜਾਣਾ, ਉਹੀ ਗੱਲ 3.5-4% ਦੇ ਚਲੇ ਜਾਣੀ ਆ। ਸੋ ਕਿਸ਼ਤਾਂ ਕਿੰਨੀਆਂ ਵੱਧ ਜਾਣੀਆਂ ਇਹ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਆ। ਅੱਜ ਤੋਂ 15 ਸਾਲ ਪਹਿਲਾਂ ਗੱਲ ਕੀ ਸੀ ਕਿ ਲੋਕਾਂ ਸਿਰ ਕਰਜ਼ਾ ਥੋੜ੍ਹਾ ਹੁੰਦਾ ਸੀਗਾ, 3 ਲੱਖ ਦਾ, 2 ਲੱਖ ਦਾ, 3.5 ਲੱਖ ਦਾ, ਇਦੋਂ ਵੱਧ ਨਹੀਂ ਸੀ ਹੁੰਦਾ। ਘਰਾਂ ਦੀਆਂ ਕੀਮਤਾਂ ਉਨੀਆਂ ਸੀਗੀਆਂ, ਪਰ ਪਿਛਲੇ 1 ਸਾਲ ਦੇ ਵਿੱਚ ਇਹ ਘਰਾਂ ਦੀਆਂ ਕੀਮਤਾਂ ਇੰਨੀਆਂ ਵੱਧ ਗਈਆਂ। ਅੰਦਾਜ਼ਾ ਇੱਥੋਂ ਲਾ ਲਓ ਵੀ ਜਨਵਰੀ 2021 ਦੇ ਵਿੱਚ ਸਰੀ ਡੈਲਟਾ ਲੈਂਗਲੀ ਦੇ ਵਿੱਚ ਜਿਹੜਾ ਘਰ 11-12 ਲੱਖ ਦਾ ਮਿਲਦਾ ਸੀ, ਉਹ ਜਨਵਰੀ 2022 ਜਾਣੀ ਕਿ ਪੂਰੇ 1 ਸਾਲ ਬਾਅਦ 18, 19 ਜਾਂ 20 ਲੱਖ ਦਾ ਮਿਲ ਰਿਹਾ ਆ, ਅਤੇ ਉਹ ਵੀ ਬਹੁਤ ਲੱਭ ਕੇ ਮਲਟੀਪਲ ਆਫਰਸ ਦੇ ਵਿੱਚ। ਸੋ ਐਡੀ ਕਿਹੜੀ ਸੋਨੇ ਦੀ ਖਾਣ ਲੱਗ ਗਈ ਸਰੀ ਡੈਲਟਾ ਲੈਂਗਲੀ ਦੇ ਵਿੱਚ ਵੀ ਜਿਹੜਾ ਇੰਨਾ ਮਹਿੰਗਾਈ ਹੋ ਗਈ ਆ। ਸੋ ਇੱਕ ਰੇਸ, ਇੱਕ ਸਪਲਾਈ ਡਿਮਾਂਡ ਦਾ ਚੱਕਰ, ਵਿਆਜ ਦਰਾਂ ਘੱਟ ਉੱਪਰ ਚੱਲ ਗਈ ਆ ਚੀਜ਼। ਸੋ ਜਿਹੜੇ ਲੋਕਾਂ ਦੇ ਸਿਰ 2.5-3 ਲੱਖ ਦੀ ਮੌਰਗੇਜ ਹੁੰਦੀ ਸੀ, ਇਸ ਵੇਲੇ ਮਿਲੀਅਨ, 11 ਲੱਖ, 12 ਲੱਖ, 13 ਲੱਖ ਇੱਦਾਂ ਮੌਰਗੇਜ ਚੱਕੀਆਂ ਹੋਈਆਂ। ਸੋ ਜੇ 1 ਜਾਂ 2% ਇੰਟਰਸਟ ਰੇਟ ਵੱਧ ਆਇਆ ਤਾਂ ਹਾਲਾਤ ਕੀ ਬਣਨਗੇ, ਇਹਦਾ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਆ। ਹੁਣ ਕਿਸੇ ਨੂੰ ਨਹੀਂ ਪਤਾ ਵੀ ਜਿਹੜੀ ਬੈਂਕ ਆਫ ਕੈਨੇਡਾ ਜਾਂ ਵਿੱਤੀ ਮਾਹਰਾਂ ਦੀਆਂ ਇਹ ਚੇਤਾਵਨੀਆਂ ਆ, ਇਹ ਸਹੀ ਸਿੱਧ ਹੋ ਜਾਣੀਆਂ ਜਾਂ ਇਹ ਫੋਕੇ ਦਬਕੇ ਆ। ਪਰ ਇੰਨੀ ਗੱਲ ਜ਼ਰੂਰ ਆ ਕਿ ਸਿਆਣਿਆਂ ਨੇ ਕਿਹਾ ਕਿ ਚਾਦਰ ਦੇਖ ਕੇ ਪੈਰ ਪਸਾਰੋ। ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜੇ ਕੱਲ੍ਹ ਨੂੰ ਇੰਨਾ ਇੰਟਰਸਟ ਰੇਟ ਵੱਧ ਗਿਆ ਤਾਂ ਕੀ ਮੈਂ ਕਿਸ਼ਤਾਂ ਦੇ ਸਕੂੰਗਾ ਜਾਂ ਦੇ ਸਕੂੰਗੀ, ਕਿਉਂਕਿ ਇਕੱਲੇ ਘਰਾਂ ਦੀਆਂ ਕਿਸ਼ਤਾਂ ਨਹੀਂ ਵਧਣੀਆਂ, ਗੱਡੀਆਂ ਦੀਆਂ ਕਿਸ਼ਤਾਂ ਵੀ ਨਾਲ ਵਧਣੀਆਂ, ਅਤੇ ਨਾਲ ਦੀ ਨਾਲ ਜਿਹੜੇ ਵੀਜ਼ਾ ਮਾਸਟਰ ਕਾਰਡ ਆ ਉਹਨਾਂ ਦੀਆਂ ਕਿਸ਼ਤਾਂ ਵੀ ਵਧਣੀਆਂ। ਸਮਾਂ ਮੰਗ ਕਰਦਾ ਕਿ ਤੁਸੀਂ ਬਹੁਤ ਵਿਚਾਰ ਕੇ ਚੱਲੋ, ਕਿਉਂਕਿ ਹਾਲਾਤ ਮੋਹਰੇ ਕੋਈ ਬਹੁਤੇ ਵਧੀਆ ਜਿਹੜੇ ਜਾਪਦੇ ਨਹੀਂ। ਜਦੋਂ ਇੱਦਾਂ ਇੱਕਦਮ ਹੀ ਇਨਫਲੇਸ਼ਨ ਹੋ ਜਾਵੇ, ਮਹਿੰਗਾਈ ਹੋ ਜਾਵੇ, ਜਿਹੜੀ ਚੀਜ਼ ਸਾਲ ਦੀ 50,000, 60,000, ਲੱਖ ਵਧਣੀ ਚਾਹੀਦੀ ਆ, ਉਹ 5-5, 7-7 ਲੱਖ ਵਧਣ ਲੱਗੇ ਤਾਂ ਸਮਝ ਲਓ ਕੁਛ ਫਿਸ਼ੀ ਹੈਗਾ ਆ। ਹੋ ਕੀ ਰਿਹਾ, ਇੱਕ ਵੱਡੀ ਗੱਲ ਇਹ ਵੀ ਹੈ ਕਿ ਟੋਰਾਂਟੋ, ਬਰੈਂਪਟਨ, ਸਰੀ, ਲੈਂਗਲੀ ਇਲਾਕੇ ਦੇ ਵਿੱਚ ਕੁਝ ਕੁ ਮੌਰਗੇਜ ਬ੍ਰੋਕਰ ਆ, ਸਾਰੇ ਨਹੀਂ, ਕੁਝ ਕੁ ਹੈਗੇ ਆ ਜਿਨ੍ਹਾਂ ਨੇ ਗਲਤ ਦਸਤਾਵੇਜ਼ ਤਿਆਰ ਕਰਕੇ ਲੋਕਾਂ ਨੂੰ ਮੌਰਗੇਜਸ ਦਵਾਈਆਂ ਆ। ਸੋ ਇਹ ਵੀ ਇੱਕ ਕਾਰਨ ਆ।
ਨਕਲੀ ਤੁਹਾਡੇ ਨੋਟਿਸ ਆਫ ਅਸੈਸਮੈਂਟ ਨਕਲੀ T4 ਜਿਹੜੀਆਂ ਤਿਆਰ ਕਰਕੇ ਸਰਕਾਰ ਦੀਆਂ ਬੈਂਕਾਂ ਦੀਆਂ ਅੱਖਾਂ 'ਚ ਘੱਟਾ ਪਾ ਕੇ ਮੌਰਗੇਜ ਅਪਰੂਵ ਕਰਾ ਕੇ ਦਿੱਤੀਆਂ ਜਾਂਦੀਆਂ। ਪਰ ਇਹ ਭੁੱਲਿਆ ਜਾ ਰਿਹਾ ਕਿ ਗਾਹਾਂ ਬੈਂਕਾਂ ਦੇ ਵੀ ਆਡਿਟ ਹੁੰਦੇ ਆ। ਜੇ 1000 ਫਾਈਲ ਗਈ ਆ ਉਹਦੇ ਵਿੱਚੋਂ 100 ਫਾਈਲ ਆਡਿਟ ਹੁੰਦੀ ਆ। ਉਹਦੇ ਵਿੱਚੋਂ ਜਦੋਂ ਫਿਰ ਪੇਪਰ ਵਰਕ ਨਿਕਲਦਾ ਤਾਂ ਕਈਆਂ ਲੋਕਾਂ ਦੀ ਮੌਰਗੇਜ ਰੀਕਾਲ ਹੋਈ ਆ, ਮਤਲਬ ਕਿ ਉਹਨਾਂ ਨੇ ਕਿਹਾ ਵੀ ਗਲਤ ਦਸਤਾਵੇਜ਼ ਦੇ ਕੇ ਮੌਰਗੇਜ ਲਈ ਸੀਗੀ, ਹੁਣ ਅਸੀਂ ਮੌਰਗੇਜ ਜਿਹੜੀ ਆ ਵਾਪਸ ਲੈਣੀ ਚਾਹੁੰਦੇ ਆ। ਸੋ ਉਹ 60 ਦਿਨ ਜਾਂ 90 ਦਿਨ ਦਾ ਸਮਾਂ ਦਿੰਦੇ ਹੁੰਦੇ ਆ। ਫਿਰ ਉਹੀ ਲੋਕ ਜਿਹਨਾਂ ਦੀਆਂ ਮੌਰਗੇਜਸ ਰੀਕਾਲ ਹੋਈਆਂ, ਖੁਦ ਮੌਰਗੇਜ ਬ੍ਰੋਕਰ ਦੱਸ ਰਹੇ ਆ ਕੁਝ ਲੋਕਾਂ ਦੀਆਂ ਮੌਰਗੇਜਸ ਰੀਕਾਲ ਹੋਈਆਂ ਆ, ਉਹ ਫਿਰ ਉਹਨਾਂ ਕੋਲ ਕੋਈ ਚਾਰਾ ਨਹੀਂ ਹੁੰਦਾ, ਕੋਈ ਬੈਂਕ ਹੱਥ ਨਹੀਂ ਪਾਉਂਦੀ। ਫਿਰ ਪ੍ਰਾਈਵੇਟ ਮੌਰਗੇਜ ਲੈ ਕੇ ਜਿਹੜੀ ਆ ਉਹ 8 ਤੋਂ 10-12% ਦੇ ਉੱਤੇ ਸਾਰਦੇ ਆ ਕੁਝ ਸਮਾਂ, ਜਾਂ ਫਿਰ ਉਹ ਘਰ ਵੇਚਣ ਲਈ ਮਜਬੂਰ ਹੁੰਦੇ ਆ। ਸੋ ਅਜਿਹੇ ਹਾਲਾਤ ਜਿਹੜੇ ਆ ਉਹ ਪੈਦਾ ਹੋ ਰਹੇ ਆ। ਕੋਈ ਦੋ ਰਾਵਾਂ ਨਹੀਂ ਹੈਗੀਆਂ ਕਿ ਲੋਕਾਂ ਨੇ ਰਿਸਕ ਲਏ ਆ। ਪਿਛਲੇ ਸਾਲ ਵੀ ਲੱਗਦਾ ਸੀ ਵੀ ਪ੍ਰਾਈਸਾਂ ਬਹੁਤ ਜ਼ਿਆਦੀਆਂ ਆ, ਫਿਰ ਵੀ ਲੋਕਾਂ ਨੇ ਰਿਸਕ ਲੈ ਕੇ ਜਿਹੜੇ ਆ ਨਕਲੀ ਦਸਤਾਵੇਜ਼ ਬਣਾ ਕੇ ਘਰ ਲੈ ਕੇ ਆਈਆਂ ਨੇ, ਅਤੇ ਉਹ ਚੰਗੇ ਰਹਿ ਗਏ। ਕੀਮਤਾਂ ਵੱਧ ਗਈਆਂ 7-8 ਲੱਖ। ਜਿਹੜੇ ਲੋਕ ਡਰਦੇ ਰਹੇ ਜਾਂ ਜਿਨ੍ਹਾਂ ਨੇ ਗਲਤ ਕੰਮ ਨਹੀਂ ਕੀਤੇ, ਉਹ ਹਜੇ ਵੀ ਕਈ ਉਹ ਸੋਚੀ ਜਾਂਦੇ ਵੀ ਅਸੀਂ ਗਲਤ ਕੰਮ ਕਾਹਨੂੰ ਕਰਨਾ, ਰਿਸਕ ਕਿਉਂ ਲੈਣਾ, ਉਹ ਉੱਥੇ ਦੇ ਉੱਥੇ ਬੈਠੇ ਆ। ਪਰ ਗੱਲ ਇਹ ਆ ਵੀ ਜਿਹੜੀ ਨੈਤਿਕਤਾ ਹੁੰਦੀ ਆ ਜਾਂ ਸਿਸਟਮ ਖਰਾਬ ਕਰਨਾ ਹੁੰਦਾ ਆ, ਇਹ ਦੋ ਅੱਡ ਚੀਜ਼ਾਂ ਹੁੰਦੀਆਂ। ਇਹਦਾ ਕਿਤੇ ਨਾ ਕਿਤੇ ਹਰਜਾਨਾ ਜ਼ਰੂਰ ਜਿਹੜਾ ਕਿਸੇ ਨਾ ਕਿਸੇ ਨੂੰ ਭੁਗਤਣਾ ਪੈਣਾ। ਇਹ ਜਿਹੜਾ ਸਾਰਾ ਕੁਝ ਚੱਲ ਰਿਹਾ ਹੈ ਕਿ ਮਿਊਜ਼ਿਕ ਚੇਅਰ ਮੁਕਾਬਲੇ ਵਾਂਗੂ ਆ, ਜਿਹਦੇ ਵਿੱਚ ਫਿਰ ਪਤਾ ਨਹੀਂ ਸੰਗੀਤ ਕਿਹੜੇ ਵੇਲੇ ਮਿਊਜ਼ਿਕ ਰੁਕ ਜਾਣਾ ਅਤੇ ਕਿਹੜੇ ਨੇ ਖੜ੍ਹੇ ਰਹਿ ਜਾਣਾ ਆ। ਸੋ ਵੇਲਾ ਵਿਚਾਰ ਕੇ ਚੱਲਣ ਵਾਲੀ ਗੱਲ ਆ। ਬਾਕੀ ਆਪੋ ਆਪਣੀ ਮਰਜ਼ੀ ਆ, ਹਰੇਕ ਦੀ ਹਰੇਕ ਸਿਆਣਾ ਆ। ਗੱਲ ਕਰੀਏ ਆਪਾਂ ਰੂਸ ਅਤੇ ਯੂਕਰੇਨ ਦੀ। ਰੂਸ ਯੂਕਰੇਨ ਦੇ ਵਿੱਚ ਟਕਰਾਅ ਬਹੁਤ ਵੱਧ ਰਿਹਾ ਆ। ਰੂਸ ਦੀਆਂ 1 ਲੱਖ ਤੋਂ ਉੱਪਰ ਫੌਜਾਂ ਯੂਕਰੇਨ ਦੇ ਬਾਰਡਰ ਦੇ ਉੱਤੇ ਤਾਇਨਾਤ ਆ। ਠੰਡ ਬਹੁਤ ਆ ਉੱਥੇ ਵੀ, ਪਰ ਦੋਨੇ ਮੁਲਕਾਂ ਦੀਆਂ ਫੌਜਾਂ ਜੂਝਣ ਲਈ ਤਿਆਰ ਆ। ਯੂਕਰੇਨ ਦੀ ਬੈਕ ਦੇ ਉੱਤੇ ਉਹਦੇ ਪਿੱਛੇ ਪੱਛਮੀ ਮੁਲਕ ਕੈਨੇਡਾ, ਅਮਰੀਕਾ, ਇੰਗਲੈਂਡ ਵਗੈਰਾ, ਫਰਾਂਸ ਵਗੈਰਾ ਖੜ੍ਹੇ ਆ। ਅਤੇ ਲਗਾਤਾਰ ਅੱਜ ਕੈਨੇਡਾ ਵੱਲੋਂ, ਅਮਰੀਕਾ ਵੱਲੋਂ ਕਿਹਾ ਜਾ ਰਿਹਾ ਕਿ ਜੇ ਰੂਸ ਨੇ ਜਿਹੜਾ ਆ ਯੂਕਰੇਨ ਦੇ ਉੱਤੇ ਹਮਲਾ ਕਰਨ ਦੀ ਗਲਤੀ ਕੀਤੀ ਤਾਂ ਉਹਦੇ ਭਿਆਨਕ ਸੱਟੇ ਭੁਗਤਣੇ ਪੈਣਗੇ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਹੋਣੀ ਅੱਜ ਇੱਕ ਐਲਾਨ ਕਰਦਿਆਂ ਕਿਹਾ, ਉਹ ਕਹਿੰਦੇ ਵੀ ਜਿਸ ਤੀਬਰਤਾ ਦੇ ਨਾਲ ਰੂਸ ਦਾ ਹਮਲਾ ਹੋਊਗਾ ਯੂਕਰੇਨ ਦੇ ਉੱਤੇ, ਉਸੇ ਤੀਬਰਤਾ ਦੇ ਨਾਲ ਰੂਸ ਨੂੰ ਜਿਹੜੇ ਆ ਸਿੱਟੇ ਭੁਗਤਣੇ ਪੈਣਗੇ। ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ। ਬੀਤੇ ਦਿਨਾਂ ਦੇ ਵਿੱਚ ਰੂਸ ਵੱਲੋਂ ਯੂਕਰੇਨ ਦੇ ਉੱਤੇ ਸਾਈਬਰ ਹਮਲੇ ਕੀਤੇ ਗਏ ਆ। ਉਹਨਾਂ ਦੀਆਂ ਜਿਹੜੀਆਂ ਅਫੀਸ਼ੀਅਲ ਵੈਬਸਾਈਟਸ ਆ, ਸਰਕਾਰੀ ਨੈੱਟਵਰਕ ਆ, ਉਹ ਹੈਕ ਕਰਨ ਦੀ ਕੋਸ਼ਿਸ਼ ਕੀਤੀ ਗਈ ਆ। ਸੋ ਅਮਰੀਕਾ, ਕੈਨੇਡਾ ਵੱਲੋਂ ਇਸ ਗੱਲ ਦਾ ਬੁਰਾ ਮਨਾਇਆ ਗਿਆ ਅਤੇ ਇਹ ਕਿਹਾ ਗਿਆ ਕਿ ਸਾਨੂੰ ਲੱਗਦਾ, ਸਾਡੀ ਸੁਲਝਾ ਜਾਣਕਾਰੀ ਦੱਸ ਰਹੀ ਹੈ ਕਿ ਰੂਸ ਹਮਲਾ ਕਰੂਗਾ ਯੂਕਰੇਨ ਦੇ ਉੱਤੇ। ਸੋ ਕਹਿੰਦੇ ਜੇ ਯੂਕਰੇਨ ਦੇ ਉੱਤੇ ਹਮਲਾ ਆ ਤਾਂ ਸਮਝ ਲਓ ਇਹ ਪੱਛਮੀ ਮੁਲਕਾਂ ਦੇ ਉੱਤੇ ਹਮਲਾ ਆ, ਅਤੇ ਉਹਦਾ ਫਿਰ ਢੁਕਵਾਂ ਜਵਾਬ ਦਿੱਤਾ ਜਾਊਗਾ। ਰੂਸ ਨੂੰ ਇਹਦੇ ਬਹੁਤ ਗੰਭੀਰ ਸੱਟੇ ਜਿਹੜੇ ਆ ਭੁਗਤਣੇ ਪੈਣਗੇ ਜੀ। ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਗਰਮ ਹੈ ਅਤੇ ਨਾਲ ਦੀ ਨਾਲ ਮਸਲਾ ਜਿਹੜਾ ਗਰਮਾਇਆ ਹੋਇਆ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦਾ, ਜਿਹੜੇ ਕਿ ਆਪਣੀ ਬਣਦੀ ਸਜ਼ਾ ਕੱਟ ਚੁੱਕੇ ਆ। ਪੰਜਾਬ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਕਿ ਉਹਨਾਂ ਦੀ ਰਿਹਾਈ ਹੋ ਜਾਵੇ। ਭਾਰਤ ਸਰਕਾਰ ਨੂੰ ਕੋਈ ਇਤਰਾਜ਼ ਨਹੀਂ ਕਿ ਉਹਨਾਂ ਦੀ ਰਿਹਾਈ ਹੋ ਜਾਵੇ। ਫਾਈਲ ਜਿਹੜੀ ਆ ਉਹ ਦਿੱਲੀ ਦੇ ਵਿੱਚ ਕੇਜਰੀਵਾਲ ਸਰਕਾਰ ਦੇ ਕੋਲ ਅਟਕੀ ਪਈ ਆ। ਭਗਵੰਤ ਮਾਨ ਨੇ ਬੀਤੇ ਦਿਨੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਗੱਲ ਆਖੀ ਸੀਗੀ, ਇੱਕ ਪੱਤਰਕਾਰ ਦੇ ਕੋਲ ਸਵਾਲਾਂ ਦੇ ਜਵਾਬ ਦਿੰਦਿਆਂ ਭੱਜਦਿਆਂ ਕਿ ਫਾਈਲ LG ਦੇ ਕੋਲ ਪਈ ਆ, ਮਤਲਬ ਕਿ ਲੈਫਟੀਨੈਂਟ ਗਵਰਨਰ ਉਪ ਰਾਜਪਾਲ ਦੇ ਕੋਲ ਪਈ ਆ। ਸੋ ਹੁਣ ਜਿਹੜੇ ਉਹਨਾਂ ਦੇ ਵਕੀਲ ਆ ਉਹਦੇ ਉੱਤੇ ਇਹ ਸਿੱਟਾ ਕੱਢ ਰਿਹਾ ਵੀ ਜੇ ਫਾਈਲ ਲੈਫਟੀਨੈਂਟ ਗਵਰਨਰ ਦੇ ਕੋਲ ਪਈ ਆ, ਉਹ ਉਦੋਂ ਜਾਂਦੀ ਆ ਜਦੋਂ ਸਰਕਾਰ ਕੋਈ ਫੈਸਲਾ ਕਰਕੇ, ਹਾਂ ਪੱਖੀ ਫੈਸਲਾ ਕਰਕੇ ਉੱਪਰ ਭੇਜਦੀ ਆ। ਵੀ ਜੇ ਇਹ ਗੱਲ ਆ ਚੰਗੀ ਗੱਲ ਆ, ਪਰ ਇਹ ਕਲੀਅਰ ਕੀਤਾ ਜਾਵੇ ਕਿ ਫਾਈਲ ਲੈਫਟੀਨੈਂਟ ਗਵਰਨਰ ਕੋਲ ਵਾਕਿਆ ਪਈ ਆ ਜਾਂ ਸਿਰਫ ਲੋਕਾਂ ਨੂੰ ਟਰਕਾਉਣ ਵਾਸਤੇ ਭਗਵੰਤ ਮਾਨ ਨੇ ਇਹ ਗੱਲ ਆਖ ਦਿੱਤੀ ਆ। ਸੋ ਇਸ ਗੱਲ ਨੂੰ ਲੈ ਕੇ ਹੁਣ ਸਿੱਖ ਜਥੇਬੰਦੀਆਂ ਜਿਹੜੀਆਂ ਉਹ ਜ਼ਿਆਦਾ ਅਗਰੈਸਿਵ ਹੋ ਗਈਆਂ ਆ। ਅੱਜ ਪ੍ਰੋਫੈਸਰ ਭੁੱਲਰ ਹੋਣਾ ਦੀ ਪਤਨੀ ਜਿਹੜੇ ਕਿ ਸਰੀ ਨਿਵਾਸੀ ਆ, ਵੈਸੇ ਹੁਣ ਪੰਜਾਬ ਗਏ ਹੋਏ ਆ, ਬੀਬੀ ਨਵਨੀਤ ਕੌਰ, ਭਾਈ ਸਰਵਣ ਸਿੰਘ ਅਗਵਾਨ ਜਿਹੜੇ ਕਿ ਸ਼ਹੀਦ ਭਾਈ ਸਤਵੰਤ ਸਿੰਘ ਉਹਨਾਂ ਦੇ ਵੱਡੇ ਭਰਾ ਆ, ਅਕਾਲ ਫੈਡਰੇਸ਼ਨ ਦੇ ਨਰਾਇਣ ਸਿੰਘ ਚੌੜਾ ਅਤੇ ਹੋਰ ਬਹੁਤ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ। ਅਤੇ ਕੇਜਰੀਵਾਲ ਸਰਕਾਰ ਨੂੰ 26 ਜਨਵਰੀ ਤੱਕ ਦਾ ਅਲਟੀਮੇਟਮ ਜਿਹੜਾ ਦਿੱਤਾ ਗਿਆ ਕਿ 26 ਜਨਵਰੀ ਤੱਕ ਤੁਸੀਂ ਜੇ ਰਿਹਾਈ ਦੇ ਉੱਤੇ ਦਸਤਖਤ ਨਹੀਂ ਕਰਦੇ ਪ੍ਰੋਫੈਸਰ ਭੁੱਲਰ ਦੀ, ਤਾਂ ਪੰਜਾਬ ਦੇ ਵਿੱਚ ਤੁਹਾਡੇ ਉਮੀਦਵਾਰਾਂ ਦਾ ਸਖਤ ਵਿਰੋਧ ਕੀਤਾ ਜਾਊਗਾ। ਇਹ ਸਿਰਫ ਇਸ ਪ੍ਰੈਸ ਕਾਨਫਰੰਸ ਦੀ ਗੱਲ ਨਹੀਂ, ਇਸ ਤੋਂ ਇਲਾਵਾ ਬਠਿੰਡਾ ਦੇ ਵਿੱਚ, ਮੁਕਤਸਰ ਸਾਹਿਬ ਵਿਖੇ ਅਤੇ ਹੋਰ ਕਈ ਥਾਈਂ ਵੀ ਅਜਿਹੇ ਇਕੱਠ ਕੀਤੇ ਗਏ ਆ ਅਤੇ ਮੀਡੀਆ ਨੂੰ ਦੱਸਿਆ ਗਿਆ ਕਿ 5 ਦਿਨ ਦਾ ਸਮਾਂ ਹੋ ਰਿਹਾ। ਉਦੋਂ ਬਾਅਦ ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਘੇਰ ਕੇ ਉਹਨਾਂ ਨੂੰ ਇਹ ਜਵਾਬ ਪੁੱਛੇ ਜਾਣਗੇ ਵੀ ਤੁਹਾਨੂੰ ਇਤਰਾਜ਼ ਕੀ ਆ। 2014 ਦੇ ਵਿੱਚ ਤੁਸੀਂ ਖੁਦ ਪ੍ਰੋਫੈਸਰ ਭੁੱਲਰ ਦੀ ਰਿਹਾਈ ਮੰਗ ਰਹੇ ਸੀਗੇ, ਅਤੇ ਹੁਣ 2019 ਦੇ ਵਿੱਚ, 2020 ਦੇ ਵਿੱਚ ਤੁਹਾਨੂੰ ਇਸ ਦੇ ਉੱਤੇ ਇਤਰਾਜ਼ ਹੋ ਗਿਆ ਵੀ 4 ਵਾਰੀ ਜਵਾਬ ਦਿੱਤਾ ਗਿਆ। ਜਦੋਂ ਕਿ 1984 ਦੇ ਕਤਲੇਆਮ ਦੇ ਦੋਸ਼ੀ ਕਿਸ਼ੋਰੀ ਲਾਲ ਵਰਗੇ ਜਿਹੜੇ ਆ 7-7, 8-8 ਵਾਰੀ ਪਰੋਲ ਦੇ ਉੱਤੇ ਆ ਚੁੱਕੇ ਆ, ਉਹਨਾਂ ਦੇ ਉੱਤੇ ਤੁਹਾਨੂੰ ਕੋਈ ਇਤਰਾਜ਼ ਨਹੀਂ ਹੈਗਾ। ਸੋ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਹੋਰਨਾਂ ਥਾਵਾਂ ਦੇ ਉੱਤੇ ਵੀ ਅਜਿਹੇ ਇਕੱਠ ਹੋਏ ਆ। ਤਾਲਮੇਲ ਕਮੇਟੀ ਵੱਲੋਂ ਬਠਿੰਡਾ ਦੇ ਵਿੱਚ ਵੀ ਇਹ ਚੇਤਾਵਨੀ ਦਿੱਤੀ ਗਈ ਆ। ਇਸ ਦੇ ਨਾਲ ਹੀ 29 ਜਨਵਰੀ ਨੂੰ
ਸੰਤ ਜਰਨੈਲ ਸਿੰਘ ਭਿੰਡਰਾਲਿਆਂ ਦੇ ਪਿੰਡ ਰੋਡੇ ਤੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਬਠਿੰਡਾ ਜ਼ਿਲ੍ਹੇ 'ਚ ਪੈਂਦੇ ਪਿੰਡ ਦਿਆਲਪੁਰ ਭਾਈਕਾ ਤੱਕ ਇੱਕ ਰੋਸ ਮਾਰਚ ਕੱਢਿਆ ਜਾਣਾ। ਇਹ ਅਜਿਹੇ ਹੀ ਮਾਰਚ ਮਾਲਵੇ ਦੇ ਹੋਰਾਂ ਜ਼ਿਲ੍ਹਿਆਂ ਦੇ ਵਿੱਚ ਵੀ ਉਲੀਕੇ ਗਏ ਆ, ਤਾਂ ਕਿ ਜਿੱਥੇ ਆਮ ਆਦਮੀ ਪਾਰਟੀ ਦਾ ਜ਼ਿਆਦਾ ਪ੍ਰਭਾਵ ਆ ਉਹਨਾਂ ਦੇ ਉੱਤੇ ਦਬਾਅ ਪਾਇਆ ਜਾ ਸਕੇ ਅਤੇ ਇਸ ਜਾਇਜ਼ ਜਿਹੜੀ ਆ ਰਿਹਾਈ ਦੇ ਵਾਸਤੇ ਮਜਬੂਰ ਕੀਤਾ ਜਾ ਸਕੇ ਕਿ ਉਹਨਾਂ ਦੀ ਰਿਹਾਈ ਜਿਹੜੀ ਆ ਹੋ ਸਕੇ। ਇਸ ਦੇ ਨਾਲ ਹੀ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਆਗੂ ਰਾਘਵ ਚੱਡਾ ਹੁਣੀ ਪੰਜਾਬ ਪਹੁੰਚੇ ਹੋਏ ਸੀ, ਉਹਨਾਂ ਦੀ ਪ੍ਰੈਸ ਕਾਨਫਰੰਸ ਦੇ ਬਾਹਰ ਵੀ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਗਿਆ ਅਤੇ ਉੱਥੇ ਮੌਕੇ 'ਤੇ ਪੁਲਿਸ ਜਿਹੜੀ ਆ ਉਹ ਵੀ ਬੁਲਾਉਣੀ ਪਈ। ਇਸ ਤੋਂ ਜਾਪਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਆਗੂਆਂ ਦਾ, ਚਾਹੇ ਉਹ ਦਿੱਲੀੋਂ ਆਉਂਦੇ ਆ, ਚਾਹੇ ਪੰਜਾਬ ਵਾਲੇ ਆ, ਜਾਂ ਉਹਨਾਂ ਦੇ ਉਮੀਦਵਾਰ ਆ, ਉਹਨਾਂ ਦਾ ਸਿੱਖ ਜਥੇਬੰਦੀਆਂ ਵੱਲੋਂ ਵਿਰੋਧ ਜਿਹੜਾ ਆ ਉਹ ਤਿੱਖਾ ਹੋਣ ਦੀ ਪੂਰੀ ਸੰਭਾਵਨਾ ਜੀ। ਗੱਲ ਕਰਾਂਗੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੁਣਾਂ ਦੀ, ਜਿਨ੍ਹਾਂ ਨੂੰ ਈਡੀ ਨੇ ਨਾਗਵਾਲ ਪਾ ਲਿਆ ਹੋਇਆ ਅਤੇ ਹੁਣ ਉਹ ਇਹ ਕਹਿ ਰਹੇ ਆ ਕਿ ਮੈਨੂੰ ਫਸਾਇਆ ਜਾ ਰਿਹਾ, ਅਤੇ ਉਹਨਾਂ ਦੇ ਬਚਾਅ ਦੇ ਵਾਸਤੇ ਕਾਂਗਰਸ ਜਿਹੜੀ ਆ ਹੁਣ ਅੱਗੇ ਆਈ ਆ। ਕਾਂਗਰਸ ਦੇ ਉਹ ਆਗੂ ਅੱਗੇ ਆਏ ਆ ਜਿਹੜੇ ਕਿ ਦਲਿਤ ਭਾਈਚਾਰੇ ਨਾਲ ਸੰਬੰਧਿਤ ਆ, ਘੱਟ ਗਿਣਤੀ ਕਮਿਸ਼ਨ ਦੇ ਨਾਲ ਸੰਬੰਧਿਤ ਆ। ਡਾਕਟਰ ਰਾਜ ਕੁਮਾਰ ਵੇਰਕਾ ਕੈਬਨਿਟ ਮੰਤਰੀ ਆ ਅਤੇ ਕਾਂਗਰਸ ਦੇ ਸੀਨੀਅਰ ਆਗੂ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਆ, ਜਿਹਦੇ ਵਿੱਚ ਆਮ ਆਦਮੀ ਪਾਰਟੀ ਤੋਂ ਕਾਂਗਰਸੀ ਬਣੀ ਅਲਕਾ ਲਾਂਬਾ ਹੁਣੀ ਵੀ ਸ਼ਾਮਲ ਸੀਗੇ। ਅਤੇ ਉਹਨਾਂ ਨੇ ਸਿੱਧਾ ਦੋਸ਼ ਇਹ ਲਾਤਾ ਕਿ ਜਿਹੜੀ ਮੋਦੀ ਦੀ ਸਰਕਾਰ ਆ, ਉਹ ਕਹਿੰਦੇ ਭਾਜਪਾ ਸਰਕਾਰ ਮਨੂਵਾਦੀ ਸਰਕਾਰ ਆ, ਇਹ ਦਲਿਤ ਵਿਰੋਧੀ ਸਰਕਾਰ ਆ, ਅਤੇ ਪੰਜਾਬ ਦੇ ਵਿੱਚ ਇਹਨਾਂ ਨੂੰ ਇਹ ਗੱਲ ਪਚ ਨਹੀਂ ਰਹੀ ਕਿ ਕੋਈ ਦਲਿਤ ਜਿਹੜਾ ਆ ਸੂਬੇ ਦਾ ਮੁੱਖ ਮੰਤਰੀ ਬਣਿਆ ਆ, ਅਤੇ ਇਹ ਸਾਰੇ ਇਕੱਠੇ ਹੋ ਕੇ, ਚਾਹੇ ਉਹ ਅਕਾਲੀ ਦਲ ਆ, ਚਾਹੇ ਆਮ ਆਦਮੀ ਪਾਰਟੀ ਆ, ਅਤੇ ਚਾਹੇ ਭਾਜਪਾ ਆ, ਉਸ ਦਲਿਤ ਮੁੱਖ ਮੰਤਰੀ ਦੇ ਮਗਰ ਪੈ ਗਏ ਹੱਥ ਧੋ ਕੇ, ਅਤੇ ਉਹਨੂੰ ਲਾਉਣ ਦੇ ਵਾਸਤੇ ਜਿਹੜੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਆ, ਤਾਂ ਕਿ ਕੋਈ ਦਲਿਤ ਜਿਹੜਾ ਆ ਉਹ ਮੁੱਖ ਚਿਹਰਾ ਨਾ ਬਣ ਸਕੇ। ਸੋ ਸਿੱਧੇ ਤੌਰ ਦੇ ਉੱਤੇ ਦਲਿਤ ਪੱਤਾ ਉਹਨਾਂ ਵੱਲੋਂ ਖੇਡਿਆ ਗਿਆ ਆ। ਉਹ ਕਹਿੰਦੇ ਪ੍ਰਧਾਨ ਮੰਤਰੀ ਨੇ ਨੀਵੇਂ ਪੱਧਰ 'ਤੇ ਗਿਰ ਜਾਣਗੇ, ਇਹ ਅਸੀਂ ਕਦੀ ਸੋਚਿਆ ਨਹੀਂ ਸੀਗਾ। ਉਹ ਕਹਿੰਦੇ ਜਿਹੜੀਆਂ ਸੋਚਾਂ ਆ ਹਮੇਸ਼ਾ ਤੋਂ ਹੀ ਪਛੜੇ ਵਰਗਾਂ ਦੀਆਂ, ਦਲਿਤਾਂ ਦੀਆਂ ਵਿਰੋਧੀ ਰਹੀਆਂ ਆ। ਇਹਨਾਂ ਨੇ ਕਦੀ ਆਪਣੇ ਰਾਜਾਂ ਦੇ ਵਿੱਚ ਦਲਿਤਾਂ ਦਾ ਅਤੇ ਪਛੜੇ ਵਰਗਾਂ ਦਾ ਕੋਈ ਭਲਾ ਨਹੀਂ ਕੀਤਾ। ਅਤੇ ਜਦੋਂ ਹੁਣ ਭਲਾ ਹੋਣ ਦੀ ਆਸ ਹੋਈ ਆ, ਉਹਨਾਂ ਦਾ ਇੱਕ ਆਪਣਾ ਬੰਦਾ ਮੁੱਖ ਮੰਤਰੀ ਬਣਿਆ, ਅਤੇ ਇਹ ਸਾਰੇ ਇਕੱਠੇ ਹੋ ਕੇ ਉਹਨੂੰ ਸਿੱਟ ਰਹੇ ਆ। ਉਹ ਕਹਿੰਦੇ ਅਸੀਂ ਯਾਦ ਕਰਾਉਣਾ ਚਾਹੁੰਦੇ ਹਾਂ ਵੀ ਅਸੀਂ ਬੰਧੂਆ ਮਜ਼ਦੂਰ ਨਹੀਂ ਹੈਗਾ, ਅਤੇ ਨਾ ਹੀ ਅੱਜ ਤੱਕ ਦਲਿਤ ਘਬਰਾਉਣ ਵਾਲਾ ਜਾਂ ਡਰਨ ਵਾਲਾ ਆ। ਅਸੀਂ ਡਟ ਕੇ ਮੁੱਖ ਮੰਤਰੀ ਦੇ ਨਾਲ ਖੜ੍ਹੇ ਹਾਂ ਅਤੇ ਇਹਨਾਂ ਸਾਰਿਆਂ ਦੀ ਭਾਜ ਲਵਾਵਾਂਗੇ। ਸੋ ਇਹ ਗੱਲਾਂ ਬਾਤਾਂ ਜਿਹੜੇ ਆ ਰਾਜ ਕੁਮਾਰ ਵੇਰਕਾ ਹੁਣੀ ਕੀਤਾ ਆ। ਨਾਲ ਦੀ ਨਾਲ ਆਮ ਆਦਮੀ ਪਾਰਟੀ ਤੋਂ ਕਾਂਗਰਸੀ ਬਣੀ ਬੀਬੀ ਅਲਕਾ ਲਾਂਬਾ ਨੇ ਵੀ ਇਤਰਾਜ਼ ਕੀਤੇ। ਉਹ ਕਹਿੰਦੇ ਭਾਜਪਾ ਦੇ ਇਹਨਾਂ ਨੇ ਨਾਂ ਲਿਆ ਕੇ ਦੱਸਿਆ ਵੀ ਕਿਹੜੇ ਆਗੂ ਦੀਆਂ ਗੱਡੀਆਂ ਦੇ ਵਿੱਚੋਂ ਕਰੋੜਾਂ ਰੁਪਏ ਬਰਾਮਦ ਹੋਏ, ਕਿਹੜੇ ਆਗੂ ਦੇ ਘਰ ਛਾਪੇ ਪਏ, ਉੱਥੇ ਕਰੋੜਾਂ ਬਰਾਮਦ ਹੋਏ। ਈਡੀ ਨੇ ਉਹ ਕੇਸ ਜਿਹੜੇ ਗਾਂਹ ਨਹੀਂ ਚਲਾਏ। ਇਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਕੇਜਰੀਵਾਲ ਜਿਹੜੇ ਆ, ਉਹਨਾਂ ਦੇ ਭਤੀਜੇ ਦੀ ਗੱਡੀ ਦੇ ਵਿੱਚੋਂ ਕਹਿੰਦੇ ਪੈਸੇ ਨਿਕਲੇ ਆ, ਉਹਨਾਂ ਦੇ ਘਰ ਈਡੀ ਦੀ ਰੇਡ ਹੋਈ ਆ, ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ। ਸਤਿੰਦਰ ਜੈਨ ਜਿਹੜੇ ਇੱਕ ਮੰਤਰੀ ਆ, ਉਹਨਾਂ ਦੇ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਆ, CBI ਦੀ ਰੇਡ ਹੋਈ ਆ। ਉਹ ਕਹਿੰਦੇ ਵੀ ਕੇਜਰੀਵਾਲ ਹੁਣੀ ਕਿਵੇਂ ਕਹਿ ਸਕਦੇ ਆ ਵੀ ਮੁੱਖ ਮੰਤਰੀ ਚੰਨੀ ਹੁਣੀ ਜਿਹੜੇ ਆਮ ਆਦਮੀ ਨਹੀਂ ਹੈਗੇ, ਇਹ ਗਲਤ ਬੰਦੇ ਆ। ਉਹ ਕਹਿੰਦੇ ਆਪਣੇ ਘਰ ਪਹਿਲਾਂ ਦੇਖਣ ਭਾਜਪਾ ਵਾਲੇ, ਅਕਾਲੀ ਦਲ ਵਾਲੇ ਅਤੇ ਆਮ ਆਦਮੀ ਪਾਰਟੀ ਵਾਲੇ ਵੀ ਤੁਹਾਡੇ ਕੀ ਹੋਇਆ ਆ, ਅਤੇ ਫਿਰ ਤੁਸੀਂ ਮੁੱਖ ਮੰਤਰੀ ਚੰਨੀ ਦੇ ਉੱਤੇ ਕੋਈ ਦੋਸ਼ ਲਾ ਸਕਦੇ ਆ। ਸੋ ਮੁੱਖ ਮੰਤਰੀ ਚੰਨੀ ਦੇ ਸਾਥੀਆਂ ਨੇ ਪਹਿਲਾਂ ਕੱਲ੍ਹ ਪੰਜਾਬ ਪੱਤਾ ਖੇਡਿਆ ਸੀਗਾ ਵੀ ਇਹ ਮੁੱਖ ਮੰਤਰੀ ਚੰਨੀ ਦੇ ਉੱਤੇ ਹਮਲਾ ਨਹੀਂ, ਇਹ ਪੰਜਾਬ ਦੇ ਉੱਤੇ, ਪੰਜਾਬੀਆਂ 'ਤੇ, ਪੰਜਾਬੀਅਤ 'ਤੇ ਹਮਲਾ ਆ। ਸੋ ਅੱਜ ਇਹ ਦਲਿਤ ਪੱਤਾ ਖੇਡਿਆ ਗਿਆ ਕਿ ਇੱਕ ਦਲਿਤ ਹੋਣ ਕਰਕੇ ਮੁੱਖ ਮੰਤਰੀ ਚੰਨੀ ਨੂੰ ਮਨੂਵਾਦੀ ਲੋਕ ਜਿਹੜੇ ਕਿ ਦਲਿਤਾਂ ਦੇ ਪਛੜੇ ਵਰਗਾਂ ਦੇ ਵਿਰੋਧੀ ਆ, ਉਹ ਚਾਹੁੰਦੇ ਨਹੀਂ ਵੀ ਇਹੋ ਜਿਹਾ ਬੰਦਾ ਜਿਹੜਾ ਅੱਗੇ ਆਵੇ, ਤਾਂ ਕਿ ਦਲਿਤਾਂ ਦੇ ਮਸਲੇ ਜਿਹੜੇ ਆ ਇੰਨੇ ਲੰਮੇ ਸਮੇਂ ਤੋਂ ਪੈਂਡਿੰਗ ਆ, ਉਹ ਹੱਲ ਹੋ ਸਕਣ ਜੀ। ਗੱਲ ਕਰੀਏ ਗਾਂਹ ਜਾ ਕੇ ਤਾਂ ਪੰਜਾਬ ਤੋਂ ਜਿਹੜੀਆਂ ਸਿਆਸੀ ਖਬਰਾਂ ਆ ਰਹੀਆਂ, ਉਹਨਾਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੇ ਆਪਣੇ 14 ਉਮੀਦਵਾਰਾਂ ਦੀ ਸੂਚੀ ਐਲਾਨ ਦਿੱਤੀ ਆ। ਪਾਰਟੀ ਨੇ ਇੱਥੇ ਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਾਲ ਸਮਝੌਤਾ ਕੀਤਾ ਹੋਇਆ। ਜਸਵੀਰ ਸਿੰਘ ਗੜੀ ਜਿਹੜੇ ਕਿ ਪਾਰਟੀ ਦੇ ਆਗੂ ਆ, ਉਹਨਾਂ ਨੇ ਖੁਦ ਫਗਵਾੜਾ ਤੋਂ ਚੋਣ ਲੜਨੀ ਆ। ਬੜਾ ਦਿਲਚਸਪ ਮੁਕਾਬਲਾ ਹੋਣ ਦੀ ਸੰਭਾਵਨਾ ਆ, ਜਿੱਥੋਂ ਕਿ ਕਾਂਗਰਸੀ ਜੋਗਿੰਦਰ ਸਿੰਘ ਮਾਨ ਵੀ ਆਮ ਆਦਮੀ ਪਾਰਟੀ ਵਿੱਚ ਰਲ ਚੁੱਕੇ ਆ। ਅਤੇ ਇਸ ਦੇ ਨਾਲ ਹੀ ਖਬਰਾਂ ਇਹ ਵੀ ਆ ਕਿ 17 ਦੇ ਕਰੀਬ ਸੂਚੀ ਹੋਰ ਜਿਹੜੀ ਆ ਉਮੀਦਵਾਰਾਂ ਦੀ, ਉਹ ਸੰਯੁਕਤ ਕਿਸਾਨ ਮੋਰਚੇ ਨੇ ਰਾਜੇਵਾਲ ਹੁਣੀ ਜਾਰੀ ਕੀਤੀ ਆ। ਹੁਣ ਡਾਕਟਰ ਸਵੈਮਾਨ ਸਿੰਘ ਅਤੇ ਹੋਰ ਕਈ ਮੋਰਚੇ ਵਿੱਚ ਜਿਹੜੇ ਲੋਕ ਇਸ ਗੱਲੋਂ ਦੁਖੀ ਆ। ਟਵਿੱਟਰ ਦੇ ਉੱਤੇ ਉਹਨਾਂ ਨੇ ਆਪਣਾ ਦੁੱਖ ਫੋਲਿਆ ਵੀ ਗਲਤ ਉਮੀਦਵਾਰਾਂ ਨੂੰ ਟਿਕਟ ਦਿੱਤੀ ਜਾ ਰਹੀ ਆ। ਹੋਇਆ ਕਿ ਸੰਯੁਕਤ ਕਿਸਾਨ ਮੋਰਚੇ ਨਾਲ ਜੁੜੇ ਲੋਕ ਸਮਝ ਰਹੇ ਆ ਕਿ ਟਿਕਟਾਂ ਜਿਹੜੀਆਂ ਆ ਉਹ ਕਿਸਾਨ ਆਗੂਆਂ ਵੱਲੋਂ ਉਹਨਾਂ ਲੋਕਾਂ ਨੂੰ ਦਿੱਤੀਆਂ ਜਾਣਗੀਆਂ ਜਿਨ੍ਹਾਂ ਨੇ ਕਿ ਮੋਰਚੇ ਵਿੱਚ ਵੱਡੀ ਭੂਮਿਕਾ ਨਿਭਾਈ ਆ। ਪਰ ਜਿਹੜੇ ਖੱਬੇ ਪੱਖੀ ਧਿਰਾਂ ਆ, ਕਾਮਰੇਡ ਵਿੱਚ ਬੜੇ ਉਹ ਆਪਣੇ ਬੰਦਿਆਂ ਨੂੰ ਟਿਕਟਾਂ ਦਿਵਾਉਣ ਲਈ ਜ਼ੋਰ ਲਾ ਰਹੇ ਆ। ਕੁਝ ਥਾਂ ਟਿਕਟਾਂ ਦਵਾ ਗਏ ਆ ਗਲਤ ਬੰਦਿਆਂ ਨੂੰ। ਇਸ ਕਰਕੇ ਡਾਕਟਰ ਸਵੈਮਾਨ ਸਿੰਘ ਆ, ਚਾਹੇ ਹੋਰ ਇਹਨਾਂ ਦੇ ਨਾਲ ਜੁੜੇ ਲੋਕ ਆ, ਉਹ ਵਿਰੋਧ ਵੀ ਕਰ ਰਹੇ ਆ ਅਤੇ ਇਹਨਾਂ ਨੂੰ ਵਾਰਨਿੰਗ ਵੀ ਦੇ ਰਹੇ ਆ ਵੀ ਅਜਿਹਾ ਨਾ ਕਰੋ, ਇਹਦੇ ਨਾਲ ਆਪਾਂ ਆਪਣੇ ਆਪ ਨੂੰ ਖੁਦ ਹੀ ਕਮਜ਼ੋਰ ਕਰ ਰਹੇ ਹੋਵਾਂਗੇ। ਤੁਸੀਂ ਸੁਣਿਆ ਹੋਣਾ ਨਾਮ ਜਨਰਲ ਜੇ ਸਿੰਘ ਜੀ। ਜਨਰਲ ਜੇ ਸਿੰਘ ਜਿਹੜੇ ਕਿ ਫੌਜ ਦੇ ਮੁਖੀ ਰਹੇ ਆ, ਗਵਰਨਰ ਰਹੇ ਆ। ਪਹਿਲਾਂ ਅਕਾਲੀ ਦਲ ਬਾਦਲ ਵੱਲੋਂ ਉਹਨਾਂ ਨੂੰ ਚਕਾ ਕੇ ਟਿਕਟ ਦਿੱਤੀ ਗਈ ਸੀ, ਚੋਣ ਲੜਾਈ ਗਈ ਸੀ ਕੈਪਟਨ ਅਮਰਿੰਦਰ ਸਿੰਘ ਦੇ ਉਲਟ।
ਫਿਰ ਉਹ ਅਕਾਲੀ ਦਲ ਟਕਸਾਲੀ ਵਿੱਚ ਢੀਂਡਸੇ ਉਹਨਾਂ ਨਾਲ ਚਲੇ ਗਏ ਸੀਗੇ ਅਤੇ ਉਦੋਂ ਬਾਅਦ ਫਿਰ ਆਮ ਆਦਮੀ ਪਾਰਟੀ ਵਿੱਚ ਜਾਣ ਦੇ ਵਾਸਤੇ ਤਤਪਰ ਹੁੰਦੇ ਹੁੰਦੇ ਅਖੀਰ ਜਾ ਕੇ ਉਹਨਾਂ ਨੇ ਵੀ ਭਾਜਪਾ ਜੁਆਇਨ ਕਰ ਲਈ ਆ। ਹੁਣ ਉੱਥੇ ਜਾ ਕੇ ਦੁੱਧ ਧੋਤੇ ਹੋਣ ਲੱਗੇ ਆ ਵੀ ਸ਼ਾਇਦ ਕਿਤੇ ਉੱਧਰੋਂ ਟਿਕਟ ਟੁਕਟ ਮਿਲ ਜਾਵੇ, ਖੈਰ ਜਿਹੜੀ ਆ ਉਹ ਪੈ ਜਾਵੇ। ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਉਹਨਾਂ ਨੂੰ ਮੁੱਖ ਮੰਤਰੀ ਦਾ ਜਿਹੜਾ ਅਹੁਦਾ ਆ ਉਹ ਦੇਣ ਦੀ ਗੱਲ ਕੀਤੀ ਸੀ, ਉਮੀਦਵਾਰੀ ਜਿਹੜੀ ਐਲਾਨ ਦਿੱਤੀ ਸੀ ਉਹਨਾਂ ਦੀ ਵੀ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਭਗਵੰਤ ਮਾਨ ਹੋਣੀ ਮੁੱਖ ਮੰਤਰੀ ਜਿਹੜੇ ਆ ਉਹ ਹੋਣਗੇ। ਸੋ ਉਹਦੇ ਵਾਸਤੇ ਸੀਗਾ ਕਿ ਹੁਣ ਉਹ MP ਆ, ਉਹਨਾਂ ਨੂੰ MLA ਦੀ ਚੋਣ ਲੜਨੀ ਪੈਣੀ ਆ ਅਤੇ ਉਹਨਾਂ ਨੂੰ ਧੂਰੀ ਤੋਂ ਚੋਣ ਲੜਾਉਣ ਦਾ ਐਲਾਨ ਕੀਤਾ ਗਿਆ ਆ। ਧੂਰੀ ਹਲਕਾ ਸੰਗਰੂਰ ਜ਼ਿਲ੍ਹੇ ਵਿੱਚ ਪੈਂਦਾ, ਜਿੱਥੋਂ ਕਿ ਮਾਨ ਹੋਣੀ ਪਹਿਲਾਂ ਹੀ MP ਆ, ਅਤੇ ਸੰਗਰੂਰ ਜ਼ਿਲ੍ਹੇ ਵਿੱਚ ਧੂਰੀ ਹਲਕਾ ਅਜਿਹਾ ਆ ਜਿੱਥੋਂ ਕਿ ਸਭ ਤੋਂ ਵੱਧ ਵੋਟਾਂ ਦੇ ਨਾਲ ਭਗਵੰਤ ਮਾਨ ਹੋਣੀ ਜਿੱਤੇ ਸੀ। ਸੋ ਕਾਫੀ ਸੇਫ ਹਲਕਾ ਜਿਹੜਾ ਆ ਭਗਵੰਤ ਮਾਨ ਹੋਣਾ ਲਈ ਮੰਨਿਆ ਜਾ ਰਿਹਾ। ਉੱਥੋਂ ਉਹ ਹੁਣ ਜਿਹੜੇ ਆ MLA ਦੇ ਵਾਸਤੇ ਚੋਣ ਲੜਨਗੇ ਜੀ। ਇੱਥੇ ਹੀ ਅੱਜ ਦੀਆਂ ਖਬਰਾਂ ਖਤਮ ਕਰਨ ਦੀ ਆਗਿਆ ਬਖਸ਼ੋ। ਕੱਲ੍ਹ ਨੂੰ ਹੋਰ ਗੱਲਬਾਤ, ਹੋਰ ਜਾਣਕਾਰੀ ਲੈ ਕੇ ਤੁਹਾਡੀ ਸੇਵਾ 'ਚ ਪੇਸ਼ ਹੋਵਾਂਗੇ ਜੀ। ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।